ਸਤਿਕਾਰਯੋਗ ਦੇਸ਼ ਕਲਿੱਕ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਕੁਲਵੰਤ ਕੋਟਲੀ। ਅਸੀਂ ਅੱਜ ਚਰਚਾ ਕਰਾਂਗੇ ਮੇਰੇ ਨਾਲ ਵੀ ਜੋ ਕਿਸਾਨ ਮਸਲਿਆਂ ਦੇ ਉੱਤੇ ਕਿਸਾਨ ਘੋਲ ਜਿਹੜਾ ਚੱਲ ਰਿਹਾ ਹੈਗਾ ਇਸ ਨੂੰ ਲੈ ਕੇ। ਮੇਰੇ ਨਾਲ ਨੇ ਦੇਸ਼ ਕਲਿੱਕ ਦੇ ਐਡੀਟਰ ਸੁਖਦੇਵ ਸਿੰਘ ਪਟਵਾਰੀ ਜੀ ਤੇ ਸਤਿ ਸ੍ਰੀ ਅਕਾਲ ਜੀ। ਅਸੀਂ ਅੱਜ ਇਹ ਚਰਚਾ ਕਰਾਂਗੇ ਕਿਸਾਨ ਅੰਦੋਲਨ ਪਿਛਲੇ 26 ਤਰੀਕ ਨੂੰ ਜਿਹੜਾ ਸਾਲ ਹੋ ਜਾਣਾ, ਇਸ ਸਮੇਂ ਦੌਰਾਨ ਕਿਸਾਨੀ ਘੋਲ ਦੀ ਕੀ ਸਥਿਤੀ ਰਹੀ ਹੈ ਤੇ ਕੀ ਭਵਿੱਖ ਆਉਣ ਵਾਲੇ ਸਮੇਂ ਦੇ ਵਿੱਚ। ਪਟਵਾਰੀ ਸਾਹਿਬ, ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਦੇ ਉੱਤੇ ਕਾਨੂੰਨ ਵਾਪਸ ਲੈਣ ਦਾ ਐਲਾਨ ਤਾਂ ਕਰ ਦਿੱਤਾ, ਪਰ ਜਿਹੜੀ ਕਿਸਾਨ ਅੰਦੋਲਨ ਦੀ ਸਥਿਤੀ ਹੈ ਉਹ ਕਿਵੇਂ ਦੇਖ ਰਹੇ ਹੋ, ਕਿਸ ਨਜ਼ਰ ਨਾਲ ਦੇਖ ਰਹੇ ਹੋ ਉਹਦੀ ਹੁਣ ਮੌਜੂਦਾ ਸਥਿਤੀ ਨੂੰ? ਦੇਖੋ, ਜਿਹੜਾ ਪ੍ਰਧਾਨ ਮੰਤਰੀ ਦਾ ਐਲਾਨ ਕਰਨਾ, ਕਾਨੂੰਨ ਵਾਪਸ ਲੈਣਾ, ਆਪਦੇ ਆਪ ਦੇ ਵਿੱਚ ਹੀ ਇਹ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਪਰ ਇਸੇ ਵਿੱਚ ਹੀ ਅਜੇ ਉਹਨਾਂ ਦੀ ਇਹ ਜਦੋਂ ਅਸੀਂ ਉਹਨੂੰ ਜਿੱਤ ਦੀ ਗੱਲ ਕਰਦੇ ਹਾਂ, ਉਹ ਇਸ ਪ੍ਰਸੰਗ 'ਚ ਹੈ ਵੀ ਜਿਵੇਂ ਪ੍ਰਧਾਨ ਮੰਤਰੀ ਨੇ ਆਪਣੀ ਸ਼ਖਸੀਅਤ ਨੂੰ ਐਂ ਦਿਖਾਇਆ ਸੀ ਵੀ ਬਹੁਤ ਕਠੋਰ ਅਤੇ ਬਹੁਤ ਸਖਤ, ਜੋ ਕਹਿਤਾ ਮੂੰਹ 'ਚੋਂ ਉਹ ਪਿੱਛੇ ਕਦਮ ਨਹੀਂ ਹਟਾਉਣਾ। ਉਸ ਪ੍ਰਸੰਗ 'ਚ ਕਿਸਾਨਾਂ ਵੱਲੋਂ ਮਤਲਬ ਜਿਹੜੀ ਇਹ ਜਿੱਤ ਹੈ ਬਹੁਤ ਵੱਡੀ ਜਿੱਤ ਹੈ। ਪਰ ਦੂਜੀ ਗੱਲ ਇਹ ਹੈ ਵੀ ਜਿਹੜੇ 3 ਕਾਨੂੰਨ ਸੀ, ਇਹਦਾ ਕਿਸਾਨਾਂ ਦੀ ਹਾਲਤ ਨਾਲ ਉਹ ਐਂ ਪਹਿਲਾਂ ਕਦੇ ਵੀ ਉਹੋ ਜਿਹਾ ਰਿਸ਼ਤਾ ਨਹੀਂ ਸੀ। ਇਹ ਤਾਂ ਹੁਣ ਉਹਨਾਂ 'ਤੇ ਭਾਰ ਪਾਇਆ ਗਿਆ ਸੀ, ਜਿਹੜਾ ਪ੍ਰਧਾਨ ਮੰਤਰੀ ਨੇ ਕਿਹਾ ਜੇ ਉਹ ਚੱਕ ਲੈਂਦਾ ਤਾਂ ਭਾਰ ਉਤਰ ਗਿਆ। ਪਰ ਕਿਸਾਨੀ ਦੀ ਜਿਹੜੀ ਹਾਲਤ ਹੈ ਜਿਉਂ ਦੀ ਤਿਉਂ ਬਰਕਰਾਰ ਹੈ। ਉਹਦੇ 'ਚ ਮੈਂ ਸਮਝਦਾ ਵੀ ਸਭ ਤੋਂ ਵੱਡਾ ਜਿਹੜਾ ਨੁਕਤਾ ਹੈਗਾ ਉਹ ਹੈਗਾ MSP ਦਾ। MSP ਜਿਹੜੀ MSP ਜਿੰਨਾ ਚਿਰ ਕਾਨੂੰਨੀ ਰੁਤਬੇ ਨਾਲ ਲਾਗੂ ਨਹੀਂ ਹੁੰਦੀ, ਜਿੰਨੀ ਕਿਸਾਨ ਦੀ ਫਸਲ ਹੈ ਜੇ ਉਹਦੇ 'ਤੇ ਮਤਲਬ ਉਹਦੀ MSP ਨਹੀਂ ਡਿਕਲੇਅਰ ਕੀਤੀ ਜਾਂਦੀ ਅਤੇ ਉਹਦੇ 'ਤੇ ਕਾਨੂੰਨ ਵਿੱਚ ਇਹ ਰੁਤਬਾ ਨਹੀਂ ਉਹਨੂੰ ਮਿਲਦਾ ਵੀ ਇਹ ਚੱਕਣੀ ਪੈਣੀ ਹੈ, ਖਰੀਦਣੀ ਪੈਣੀ ਹੈ ਅਤੇ MSP ਤੋਂ ਘੱਟ ਕੋਈ ਖਰੀਦੇਗਾ ਨਹੀਂ, ਉਹਨਾਂ ਚਿਰ ਕਿਸਾਨ ਹੈ ਜਿਹੜਾ ਉਹ ਸਹੀ ਥਾਂ 'ਤੇ ਸਹੀ ਰੋਟੀ ਖਾਣ ਜੋਗਰਾ ਨਹੀਂ ਹੋਊਗਾ। ਅਤੇ ਮੈਂ ਸਮਝਦਾ ਵੀ ਜਿੱਤ ਬਹੁਤ ਵੱਡੀ ਹੈ, ਪਰ ਅਜੇ ਜਿੱਤਾਂ ਬਹੁਤ ਵੱਡੀਆਂ ਕਰਨ ਵਾਲੀਆਂ ਨੇ। ਕਿਸਾਨੀ ਦਾ ਮਸਲਾ ਅਜੇ ਝੋਲੇ ਪੂਰਨ ਹੈ, ਸਥਿਤੀ ਉਵੇਂ ਦੀ ਉਵੇਂ ਹੈ। ਇਹ ਕਾਨੂੰਨ ਵਾਪਸ ਆਉਣਾ ਇੱਕ ਗੱਲ ਹੈ, ਪਰ ਕਿਸਾਨੀ ਦੀ ਸਥਿਤੀ 'ਚੋਂ ਨਿਕਲਣ ਲਈ ਕਿਸਾਨਾਂ ਨੂੰ ਅਜੇ ਵੱਡੀ ਸਟਰਗਲ ਕਰਨੀ ਪੈਣੀ ਹੈ। ਜਿਹੜੀ ਪਹਿਲਾਂ MSP ਹੈ, ਇਹ ਤੋਂ ਬਿਨਾਂ ਜਿਹੜੇ ਫੈਡਰਲ ਢਾਂਚੇ ਦੇ ਖਾਸ ਕਰਕੇ, ਕਿਉਂਕਿ ਹਿੰਦੁਸਤਾਨ ਹੈ ਜਿਹੜਾ ਇਹਦੀ ਡਿਵੈਲਪਮੈਂਟ ਹੈ ਜਿਹੜੀ ਧਰਤੀ ਪੱਖੋਂ, ਸਰੋਤਾਂ ਪੱਖੋਂ, ਬੀਜ ਪੱਖੋਂ, ਮਤਲਬ ਖਾਣ ਪੀਣ ਦੇ ਢੰਗ ਪੱਖੋਂ, ਲੋਕਾਂ ਦੀ ਖੇਤੀ ਕਰਨ ਪੱਖੋਂ ਬਿਲਕੁਲ ਡਿਫਰੈਂਟ ਹੈ। ਇਹਨੂੰ ਤੁਸੀਂ ਸੈਂਟਰਲਾਈਜ਼ ਕਰਕੇ ਖੇਤੀ ਨੂੰ ਪ੍ਰਧਾਨ ਮੰਤਰੀ ਇੱਕੋ ਬਿਆਨ ਦੇ ਕੇ ਕਹਿੰਦੇ ਜੀ ਮੈਂ ਸੈਂਟਰਲਾਈਜ਼ ਕਰਤਾ ਅਤੇ ਹੁਣ ਐਂ ਹੋਇਆ ਕਰੂਗਾ ਕਾਰਪੋਰੇਟ ਸਿਸਟਮ, ਇਹ ਸਹੀ ਨਹੀਂ ਹੈਗਾ। ਕਿਸਾਨਾਂ ਨੂੰ ਇਹ ਲੜਾਈ ਅਜੇ ਲੜਨੀ ਪੈਣੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਸੀਗੀ, ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰ ਦਿੱਤਾ ਕਿ ਜਿਹੜੀ ਲੜਾਈ ਪਹਿਲਾਂ ਚੱਲ ਰਹੀ ਸੀ ਜਿਉਂ ਦੀ ਤਿਉਂ ਚੱਲੇਗੀ, ਜਦੋਂ ਤੱਕ MSP ਦਾ ਕਾਨੂੰਨ ਨਹੀਂ ਬਣਦਾ, ਜਦੋਂ ਤੱਕ ਹੋਰ ਮਸਲੇ ਆ ਜਿਵੇਂ ਲਖਵੀਰਪੁਰ ਦੇ ਵਿੱਚ ਘਟਨਾ ਵਾਪਰੀ ਸੀ ਉਹਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ। ਹੁਣ ਜਿਹੜੀ ਮਹਾਪੰਚਾਇਤ ਲਖਨਊ ਦੇ ਵਿੱਚ ਵੀ ਕੀਤੀ ਜਾਣੀ ਹੈ 26 ਤਰੀਕ ਨੂੰ, ਜਿਹੜਾ ਕਿਸਾਨ ਪੂਰਾ ਹੋਣਾ ਉਹਦੇ ਉੱਤੇ ਇਕੱਠ ਵੀ ਕੀਤਾ ਜਾਣਾ, ਅਤੇ ਉਹ ਸੰਯੁਕਤ ਕਿਸਾਨ ਮੋਰਚੇ ਦਾ ਜਿਉਂ ਦੀ ਤਿਉਂ ਸੰਘਰਸ਼ ਚੱਲੇਗਾ। ਅਜਿਹੀ ਸਥਿਤੀ ਦੇ ਵਿੱਚ ਜਿਵੇਂ ਪਹਿਲਾਂ ਰਾਜਨੀਤਿਕ ਪਾਰਟੀਆਂ ਦੀ ਸਥਿਤੀ ਸੀਗੀ ਪੰਜਾਬ ਦੇ ਵਿੱਚ ਜਾਂ ਹੋਰ ਦੇ ਵਿੱਚ, ਜਿਵੇਂ ਭਾਜਪਾ ਦੇ ਲੋਕਾਂ ਨੂੰ ਨਹੀਂ ਬਣਨ ਦਿੱਤਾ ਜਾ ਰਿਹਾ ਸੀ, ਹਰਿਆਣੇ ਦੇ ਵਿੱਚ ਜਿੱਥੇ ਉਹਨਾਂ ਦੀ ਸਰਕਾਰ ਆ ਉੱਥੇ ਵੀ ਉਹਦਾ ਵੱਡੀ ਪੱਧਰ 'ਤੇ ਵਿਰੋਧ ਹੋ ਰਿਹਾ ਸੀ। ਅਜਿਹੀ ਸਥਿਤੀ 'ਚ ਕਿਵੇਂ ਦੇਖਦੇ ਹੋਗੇ ਵੀ ਕੀ ਚੱਲੇ? ਦੇਖੋ, ਇੱਕ ਤਾਂ ਜਿਹੜੇ ਕਿਸਾਨ ਲੀਡਰਾਂ ਦਾ ਇਹ ਕਹਿਣਾ ਹੈ ਵੀ ਅਸੀਂ ਪਾਰਲੀਮੈਂਟ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਇਹਦੀ ਕਾਰਗੁਜ਼ਾਰੀ ਨੂੰ ਦੇਖਣਾ ਚਾਹੁੰਦੇ ਹਾਂ ਵੀ ਜੇ ਇਹ ਪਾਸ ਜਿਵੇਂ ਪਹਿਲਾਂ ਕੀਤੇ ਸੀ ਉਸੇ ਸੰਸਥਾ ਵੱਲੋਂ ਇਹ ਰੱਦ ਕਰ ਦਿੱਤੇ ਜਾਂਦੇ ਨੇ, ਉਹ ਇੱਕ ਪੜਾਅ ਹੈ ਜਿਹੜਾ ਐਜੀਟੇਸ਼ਨ ਦਾ ਉੱਥੇ ਖਤਮ ਹੋ ਜਾਂਦਾ। ਪਰ ਜਿਹੜਾ ਦੂਜਾ ਪੜਾਅ ਹੈ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਹੈ, ਦੇਖੋ ਕਿਸਾਨੀ ਦੀ ਜਿਹੜੀ ਮਤਲਬ ਪ੍ਰੋਡਕਸ਼ਨ ਹੈ, ਕਿਸਾਨ ਦੀ ਜਿਹੜੀ ਪੈਦਾਵਾਰ ਹੈ, ਇਹ ਇੱਕ ਇਸ ਤਰ੍ਹਾਂ ਦੀ ਪੈਦਾਵਾਰ ਹੈ ਜਿਹਦਾ ਕੋਈ ਰੇਟ ਹੋਰ ਫਿਕਸ ਕਰਦਾ, ਇਹਦੀ ਕਿਸਾਨ ਨਹੀਂ ਕਰਦਾ। ਇੰਡਸਟਰੀ ਹੈ, ਇੰਡਸਟਰੀ ਦਾ ਰੇਟ ਇੰਡਸਟਰੀਲਿਸਟ ਫਿਕਸ ਕਰਦੇ ਨੇ ਅਤੇ ਉਹ ਮਤਲਬ ਆਪਣੇ ਮੁੱਲ ਤੈਅ ਕਰਕੇ ਉਹਦਾ ਰੇਟ ਲੈਂਦੇ ਨੇ। ਕਿਸਾਨ ਬਿਲਕੁਲ ਉਲਟ ਸਥਿਤੀ ਆ। ਇਹਦੀ ਪੈਦਾਵਾਰ ਐਡੀ ਸਕੈਟਰਡ ਆ, ਕਰੋੜਾਂ ਦੀ ਗਿਣਤੀ 'ਚ ਪੈਦਾ ਕਰਨ ਵਾਲੇ ਨੇ ਅਤੇ ਖਰੀਦਦਾਰ ਥੋੜ੍ਹੇ ਹੁੰਦੇ ਨੇ, ਅਤੇ ਜਦੋਂ ਖਰੀਦਦਾਰ ਥੋੜ੍ਹੇ ਹੋਣ ਅਤੇ ਪੈਦਾ ਕਰਨ ਵਾਲੇ ਅਤੇ ਉਹ ਵੀ ਕਮਜ਼ੋਰ, ਆਪਣੀ ਪੇਟ ਦੀ ਭੁੱਖ ਨੂੰ ਫਟਾਫਟ ਪੂਰੀ ਕਰਨ ਦੀ ਹਾਲਤ ਦੇ ਵਿੱਚ ਏਕੜ 2 ਏਕੜ ਅੱਧੇ ਏਕੜ ਵਾਲੇ ਜਿਹੜੇ ਕਿਸਾਨ ਨੇ
ਉਹਨਾਂ ਨੂੰ ਤਾਂ ਇਹ ਹੁੰਦਾ ਵੀ ਜੋ ਕੁਛ ਹੈ ਇਹਨੂੰ ਵੇਚ ਕੇ ਅਸੀਂ ਆਹ ਚੀਜ਼ਾਂ ਆਪਦੇ ਘਰ ਦੀਆਂ ਪੂਰੀਆਂ ਕਰ ਲਈਏ। ਉਹ ਜਿਹੜੀ ਸਥਿਤੀ ਹੈ ਉਹਨੂੰ ਸਹੀ ਢੰਗ ਨਾਲ, ਜਾਂ ਇਹਨੂੰ ਆਪਾਂ ਕਹੀਏ ਵੀ ਪਹਿਲਾਂ ਸਵਾਮੀਨਾਥਨ ਕਮਿਸ਼ਨ ਬਣਿਆ ਸੀ, ਉਹਨੇ 5 ਸਿਫਾਰਿਸ਼ਾਂ ਕੀਤੀਆਂ, ਫਾਈਨਲ ਰਿਪੋਰਟ ਉਹਦੀ 5ਵੀਂ ਸੀ, ਜਿਹਦੇ ਵਿੱਚ ਕੀ ਸੀ, ਐਗਰੀਕਲਚਰ ਲਾਗਤ ਹੈ ਜਿਹੜੀ ਉਹਨੂੰ ਕਾਊਂਟ ਕਰਕੇ, ਐਗਰੀਕਲਚਰ ਦੀ ਲਾਗਤ ਨੂੰ ਪੂਰੀ ਸੂਰੀ ਕਾਊਂਟ ਕਰਕੇ 50% ਕਿਸਾਨ ਨੂੰ ਪ੍ਰੋਫਿਟ ਮਿਲੇ, ਫਿਰ ਕਿਸਾਨ ਦਾ ਗੁਜ਼ਾਰਾ ਹੋ ਸਕਦਾ, ਅਦਰਵਾਈਜ਼ ਕਿਸਾਨ ਭੁੱਖਾ ਮਰਦਾ ਰਹੂਗਾ ਤੇ ਕਿਸਾਨੀ ਹੈ ਜਿਹੜੀ ਇਹ ਇਸ ਕਿੱਤੇ ਦੇ ਵਿੱਚੋਂ ਨਿਕਲਦੀ ਰਹੂ ਤੇ ਰੁਲਦੀ ਰਹੂ। 2022 ਦੇ ਵਿੱਚ ਚੋਣਾਂ ਆ ਰਹੀਆਂ ਨੇ, ਕੁਝ ਜਿਵੇਂ ਕੱਲ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, ਉਸ ਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਨੂੰ ਜਿਉਂਦੇ ਤੋਂ ਜਾਰੀ ਰੱਖਣ ਦਾ ਕਿਹਾ ਵੀ ਅਸੀਂ ਜਾਰੀ ਰੱਖਾਂਗੇ। ਕੁਝ ਪੋਲੀਟੀਕਲ ਪਾਰਟੀਆਂ ਵੱਲੋਂ ਆਇਆ ਗਿਆ ਕਿ ਹੁਣ ਜਦੋਂ ਐਲਾਨ ਹੀ ਕਰ ਦਿੱਤਾ ਵਾਪਸ ਲਿਆ ਜਾਵੇਗਾ। ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਵੀ ਕਿ ਵਾਪਸ ਲੈ ਲੈਣਾ ਚਾਹੀਦਾ, ਹੁਣ ਕੋਈ ਲੋੜ ਨਹੀਂ ਹੈਗੀ ਸੰਘਰਸ਼ ਦੀ, ਜਦੋਂ ਐਲਾਨ ਹੀ ਕਰ ਦਿੱਤਾ। ਅਜਿਹੀ ਸਥਿਤੀ ਦੇ ਵਿੱਚ ਚੋਣਾਂ ਦੇ ਵਿੱਚ ਕਿਸਾਨਾਂ ਦੀ ਕੀ ਸਥਿਤੀ ਹੈਗੀ? ਕਿਸਾਨੀ ਇਹ ਨਾ ਬਹੁਤ ਹੀ ਕੋਟਲੀ ਜੀ, ਬਹੁਤ ਹੀ ਤਿਲਕਣਬਾਜ਼ੀ ਵਾਲੀ ਸਥਿਤੀ ਬਣ ਗਈ ਹੁਣ। ਯਾਨੀ ਕਿਸਾਨਾਂ ਨੂੰ ਜਿਹੜੀ ਗੱਲ ਚਾਹੀਦੀ ਆ ਉਹ ਜੇ ਮਿਲੀ ਨਹੀਂ। ਹੁਣ ਪੰਜਾਬ ਦੀਆਂ ਚੋਣਾਂ ਆ ਗਈਆਂ। ਪੰਜਾਬ ਦੀਆਂ ਚੋਣਾਂ 'ਚ ਤੁਸੀਂ ਸਾਰਿਆਂ ਨੇ ਦੇਖਿਆ ਵੀ ਮਤਲਬ ਕਿਸਾਨਾਂ ਨੇ ਇੱਕ ਬਹੁਤ ਵੱਡੀ ਆਪਣੀ ਨਾ ਜੁਗਤ ਕਹਿ ਲਓ, ਉਹ ਜੁਗਤ ਉਹਨਾਂ ਨੇ ਐਡੀ ਕਾਮਯਾਬੀ ਨਾਲ ਲਾਗੂ ਹੋਈ। ਉਹ ਇਹ ਸੀ ਵੀ ਜਦੋਂ ਕਿਸਾਨਾਂ ਨੇ ਆਪਣਾ ਘੋਲ ਸ਼ੁਰੂ ਕੀਤਾ, ਉਹ ਕਹਿੰਦੇ ਵੀ ਕੋਈ ਪੋਲੀਟੀਕਲ ਪਾਰਟੀ ਸਾਡੀ ਸਟੇਜ 'ਤੇ ਨਹੀਂ ਬੋਲੂਗੀ ਆ ਕੇ, ਅਸੀਂ ਕਿਸੇ ਨੂੰ ਨਹੀਂ ਖੜਨ ਦੇਣਾ। ਅਤੇ ਉਹ ਜੁਗਤ ਦਾ ਉਹਦਾ ਕੀ ਸੀ? ਉਹਦਾ ਮਤਲਬ ਸੀ ਵੀ ਜਿਹੜੀ ਕਿਸਾਨ ਤਾਕਤ ਹੈ, ਪੋਲੀਟੀਕਲ ਪਾਰਟੀਆਂ ਦੀ ਤਾਕਤ ਦੇ ਮੁਕਾਬਲੇ ਦੇ ਉੱਤੇ ਉਸਾਰਾਂਗੇ। ਅਤੇ ਅੱਜ ਉਹ ਕਿਸਾਨ ਤਾਕਤ ਡਿਕਟੇਟ ਕਰ ਰਹੀ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ। ਜਿਹੜੀਆਂ ਸਿਆਸੀ ਪਾਰਟੀਆਂ ਕੋਲੇ ਉਹ ਹੱਥ ਬੰਨ੍ਹ ਕੇ ਐਂ ਬਹਿ ਜਾਂਦੇ ਸੀ ਪੈਰਾਂ 'ਚ ਜਾ ਕੇ, ਅੱਜ ਉਹ ਸਿਆਸੀ ਪਾਰਟੀਆਂ ਕਿਸਾਨਾਂ ਦੇ ਪੈਰਾਂ 'ਚ ਆ ਕੇ ਬਹਿੰਦੇ ਨੇ ਵੀ ਹੁਣ ਦੱਸੋ ਕੀ ਹੁਕਮ ਹੈ ਸਾਨੂੰ, ਵੀ ਹੁਣ ਕੀ ਕਰੀਏ। ਪਰ ਹੁਣ ਸਥਿਤੀ ਬਹੁਤ ਤਿਲਕਣਬਾਜ਼ੀ ਵਾਲੀ ਹੈ। ਕਿਸਾਨਾਂ ਦੇ ਵਿੱਚ ਇੱਕ ਗਰੁੱਪ ਹੈ, ਉਹ ਕਹਿੰਦਾ ਮੈਂ ਚੋਣ ਲੜੂੰਗਾ, ਦੂਜੇ ਕੀ ਕਰਦੇ ਨੇ ਅਜੇ ਪਤਾ ਨਹੀਂ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਖੜੀ ਹੋਏਗੀ। ਅਤੇ ਕਿਉਂਕਿ ਕੁਛ ਕਿਸਾਨਾਂ ਦਾ ਹਿੱਸਾ ਅੱਡ ਪਾਰਟੀਆਂ ਦੇ ਵਿੱਚ ਵੀ ਆ। ਜੇ ਕਿਸਾਨ ਆਪਣੀ ਤਾਕਤ ਨੂੰ ਇਕੱਠਾ ਰੱਖਣ 'ਚ ਜਾਂ ਇਕਜੁੱਟ, ਜਿਹੜਾ ਏਕਾ ਉਹਨਾਂ 'ਚ ਬਣਿਆ, ਜਿਹੜਾ ਭਰੋਸਾ ਉਹਨਾਂ 'ਚ ਬਣਿਆ ਸੀ, ਜੇ ਉਹ ਭਰੋਸਾ ਅਤੇ ਏਕਾ ਕਾਇਮ ਰੱਖਦੇ ਨੇ, ਫਿਰ ਤਾਂ ਕੋਈ ਗੱਲ ਹੀ ਨਹੀਂ। ਫਿਰ ਤਾਂ ਸਾਰੀਆਂ ਸਿਆਸੀ ਪਾਰਟੀਆਂ ਸਮਝ ਲਓ ਵੀ ਉਹ ਇਹਨਾਂ ਦੀ ਈਨ ਮੰਨ ਕੇ ਚੱਲਣਗੀਆਂ। ਪਰ ਜੇ ਕਿਸਾਨ ਇੱਕ ਵਾਰੀ ਖਲਾਰਾ ਪੈ ਗਿਆ ਅਤੇ ਫਿਰ ਜਿਹੜੀ ਹਾਲਾਤ ਹੈ ਇਹ ਫਿਰ ਪਹਿਲਾਂ ਵਰਗੀ ਹੋ ਜਾਊਗੀ, ਅਤੇ ਸਿਆਸੀ ਪਾਰਟੀਆਂ ਨੇ ਫਿਰ ਕਿਸਾਨਾਂ ਦੇ ਪੈਰ ਨਹੀਂ ਲੱਗਣ ਦੇਣੇ। ਅਤੇ ਕਿਉਂਕਿ ਇਹ ਉਹ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਸਾਰੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ 'ਚ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਸ਼ਾਮਲ ਸੀ, ਅਤੇ ਹੁਣ ਵੀ ਉਹਨਾਂ ਨੂੰ ਇਹ 'ਚ ਕੋਈ ਡਿੱਕਾ ਨਹੀਂ ਸ਼ਾਮਲ। ਦੁਬਾਰਾ ਵੀ ਇਹ ਕਿਸਾਨਾਂ ਦੀ ਮਾੜੀ ਹਾਲਤ ਨੂੰ ਦੇਖ ਕੇ, ਇਹਨਾਂ ਦੀ ਏਕਤਾ ਖਿੰਡ ਦੇਖ ਕੇ ਇਹ ਕਾਨੂੰਨ ਫੇਰ ਵੀ ਲਿਆ ਸਕਦੇ ਨੇ। ਉਹਨੂੰ ਲੁਕਵੇਂ ਰੂਪ 'ਚ ਲਿਆਉਣਗੇ, ਛਾਤਰ ਰੂਪ 'ਚ ਲਿਆਉਣਗੇ। ਇੱਕ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਦੁਬਾਰਾ ਲਿਆ ਸਕਦੇ ਆ, ਅੱਜ ਰਾਜਸਥਾਨ ਦੇ ਗਵਰਨਰ ਨੇ ਯੂਪੀ ਦੇ ਵਿੱਚ ਇੱਕ ਬਿਆਨ ਦਿੱਤਾ ਵੀ ਅਸੀਂ ਇਹ ਕਾਨੂੰਨ ਦੁਬਾਰਾ ਆ ਸਕਦੇ ਆ, ਲਿਆਂਦੇ ਜਾਣਗੇ। ਜਦੋਂ ਦੇਖ ਕੇ ਵੀ ਕੀ ਇਹ ਬਸ ਜਿਹੜੀ ਭਾਜਪਾ ਦਾ ਪਹਿਲਾਂ ਹੀ ਲੋਕਾਂ ਦਾ ਭਰੋਸਾ ਨਹੀਂ ਹੈਗਾ ਵੀ ਸਹੀ ਜੋ ਕਹਿੰਦੀ ਆ ਉਹ ਕਰੇਗੀ, ਇਹਨੂੰ ਕਿਵੇਂ ਉਹ ਦੇਖੋ ਇਹ ਗੱਲ ਤਾਂ ਕੋਟਲ ਜੀ ਪ੍ਰਧਾਨ ਮੰਤਰੀ ਨੇ ਆਪਦੇ ਬਿਆਨ ਦੇ ਵਿੱਚ ਵੀ ਖੁਦ ਕਹੀ ਹੈ। ਉਹ ਕਹਿੰਦਾ ਜੀ ਕਾਨੂੰਨ ਸਹੀ ਨੇ, ਅਸੀਂ ਸਮਝਾ ਨਹੀਂ ਸਕੇ ਪਰ ਸਾਡੇ ਕਾਨੂੰਨ ਸਹੀ ਨੇ, ਇਹ ਖੇਤੀ ਲਈ ਵਾਜਬ ਨੇ। ਇੱਕ ਪਾਸੇ ਇਹ ਤਾਂ ਉਹ ਗੱਲ ਹੈ ਵੀ ਇੱਕ ਮਤਲਬ ਜਿਨ੍ਹਾਂ 'ਤੇ ਇਹ ਕਾਨੂੰਨ ਲਾਗੂ ਹੋ ਰਹੇ ਨੇ ਉਹ ਕਹਿੰਦੇ ਨੇ ਤੁਸੀਂ ਅਸੀਂ ਹੱਥ ਬੰਨ੍ਹਦੇ ਹਾਂ, ਸਾਡਾ ਪੈਂਡਾ ਛੱਡੋ, ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਇਹ ਕਾਨੂੰਨ ਮਾੜੇ ਨੇ। ਇਹ ਕਿਸਾਨ ਦੀ ਖੇਤੀ ਦੇ ਉੱਤੇ ਕਾਰਪੋਰੇਟਾਂ ਦੀ ਮਤਲਬ ਅੱਖ ਹੈ, ਅਤੇ ਉਹ ਅੱਖ ਜ਼ਮੀਨ 'ਤੇ ਵੀ ਹੈ, ਪ੍ਰੋਡਕਟ 'ਤੇ ਵੀ ਹੈ। ਇਹ ਦੋਨੇ ਚੀਜ਼ਾਂ ਖੋ ਕੇ ਉਹ ਕਰੋੜਾਂ ਲੋਕ ਨੇ ਜਿਹੜੇ ਖਾਸ ਕਰਕੇ ਜਿਹੜੀ PDS ਸਿਸਟਮ ਹੈ, ਪਬਲਿਕ ਡਿਸਟਰੀਬਿਊਸ਼ਨ ਸਿਸਟਮ ਹੈ, ਜਿਹੜਾ 80 ਕਰੋੜ ਲੋਕਾਂ ਨੂੰ 15 ਕਿਲੋ ਜਿਹੜਾ ਅਨਾਜ ਦਿੱਤਾ ਜਾਂਦਾ, ਇਹ ਉਹਨੂੰ ਖਤਮ ਕਰਕੇ ਇਹ ਉਹ 80 ਕਰੋੜ ਜਿਹੜਾ ਖਪਤਕਾਰ ਹੈ ਉਹਦੇ ਕੋਲੋਂ ਆਪ ਦਾ ਸਾਰਾ ਇਹ ਚੀਜ਼ਾਂ ਮਤਲਬ ਲਿਜਾ ਕੇ ਇਹ ਆਪਦੇ ਕੋਲੇ ਭੰਡਾਰ ਕਰਕੇ ਉਹਨੂੰ ਇਹ ਵੇਚਣ ਦੀ ਅਤੇ ਮਹਿੰਗੇ ਭਾਅ ਦੇਣ ਦੀ ਨੀਤੀ ਦਾ ਪਾਰਟ ਹੈ। ਅਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਕੋਈ ਗੱਲ ਨਹੀਂ, ਅਜੇ ਫਿਰ ਵੀ ਇਹ ਭਰੋਸਾ ਉਵੇਂ ਹੀ ਹੈ ਵੀ ਜਿੰਨਾ ਚਿਰ ਇਹ ਖਤਮ ਨਹੀਂ ਹੁੰਦੇ ਇਹਦਾ ਕੋਈ ਪਤਾ ਨਹੀਂ ਅਜੇ ਨਵੇਂ ਰੂਪ 'ਚ ਕਿਵੇਂ ਲਿਆਉਂਦੇ ਨੇ। ਜਿਵੇਂ ਕਿਸਾਨ ਸੰਘਰਸ਼ ਨੇ ਇੱਕ ਬਹੁਤ ਵੱਡੀ ਪੋਲੀਟੀਕਲ ਪਾਰਟੀਆਂ ਦੇ ਅੱਗੇ ਸਵਾਲ ਖੜੇ ਕੀਤੇ, ਜੋ ਕਿਸਾਨ ਕਹਿੰਦੇ ਨੇ ਰਾਜਨੀਤਿਕ ਪਾਰਟੀਆਂ ਹੁਣ ਉਹਨਾਂ ਵੱਲ ਦੇਖਦੀਆਂ ਅਸੀਂ ਉਹੀ ਕਰੀਏ। ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ
ਇੱਕ ਚੰਗਾ ਪੰਜਾਬ ਸਿਰਜਣ ਦੇ ਲਈ ਕਿਸਾਨ ਯੂਨੀਅਨਾਂ ਦੀ ਕੀ ਸਥਿਤੀ ਹੋ ਸਕਦੀ ਹੈ ਵੀ ਕਿ ਭੂਮਿਕਾ ਨਿਭਾਉਣ? ਜਿਵੇਂ ਆਮ ਲੋਕਾਂ ਨੂੰ ਵੀ ਹੁਣ ਉਮੀਦਾਂ ਨੇ ਵੀ ਕਿਸਾਨ ਯੂਨੀਅਨਾਂ ਦੇ ਤੋਂ ਵੀ ਇੱਕ ਚੰਗੀ ਸਰਕਾਰ ਆਉਣ ਦੇ ਵਿੱਚ ਸਹਿਯੋਗ ਕਰ ਸਕਦੇ ਨੇ, ਕਿ ਪਹਿਲਾਂ ਦੀ ਤਰ੍ਹਾਂ ਉਵੇਂ ਜੁਕਰੀ ਸਰਕਾਰਾਂ ਦਾ ਹੋਵੇਗਾ? ਦੇਖੋ, ਇੱਕ ਗੱਲ ਆਪਾਂ ਨੂੰ ਇਹ ਧਿਆਨ 'ਚ ਰੱਖਣੀ ਚਾਹੀਦੀ ਹੈ ਵੀ ਜਿਵੇਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ, ਜਿਨ੍ਹਾਂ 'ਚ ਮੈਂ ਕਹਿੰਦਾ ਵੀ ਬਹੁਤ ਵੱਡੇ ਵੱਡੇ ਡਿਫਰੈਂਸ ਸੀਗੇ, ਉਹਨਾਂ ਨੇ ਆਪਣੇ ਉਹ ਡਿਫਰੈਂਸਿਸ ਨੂੰ ਪੈਚ ਅਪ ਕਰਕੇ ਇੱਕ ਇਹੋ ਜਿਹੀ ਮਤਲਬ ਬੁਣਤੀ ਬੁਣੀ ਜਿਹਦੇ ਨਾਲ ਇਹ ਇੱਕ ਸੰਘਰਸ਼ ਹੈ ਜਿਹੜਾ ਬੜਾ ਲੰਬਾ ਚਲਾਇਆ ਤੇ ਕਾਮਯਾਬੀ ਨਾਲ ਚਲਾਇਆ। ਤੇ ਜੇ ਹੁਣ ਵੀ ਇਹ ਕਿਸਾਨ ਜਥੇਬੰਦੀਆਂ, ਮੈਂ ਸਮਝਦਾ ਵੀ ਇਹਨਾਂ ਦੀ ਲਿਆਕਤ ਬਾਰੇ ਹੁਣ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਇਹਨਾਂ ਨੇ ਇੱਕ ਇਤਿਹਾਸ ਸਿਰਜਿਆ, ਪੰਜਾਬ ਲੈਵਲ ਦਾ ਨਹੀਂ, ਕੌਮੀ ਲੈਵਲ ਦਾ ਨਹੀਂ, ਕੌਮਾਂਤਰੀ ਲੈਵਲ ਦਾ ਇਤਿਹਾਸ ਸਿਰਜਿਆ। ਦੁਨੀਆ ਦੀਆਂ ਵੱਡੀਆਂ ਵੱਡੀਆਂ ਅਮਰੀਕਾ ਦੇ ਕਿਸਾਨ ਜਿਨ੍ਹਾਂ ਨੇ 1978 ਦੇ ਵਿੱਚ ਇਸੇ ਤਰ੍ਹਾਂ ਉਹਨਾਂ ਨੇ ਵਾਸ਼ਿੰਗਟਨ ਦਾ ਘਿਰਾਓ ਕੀਤਾ ਸੀਗਾ 1978 ਦੇ ਵਿੱਚ, ਅਮਰੀਕਾ ਦੇ ਕਿਸਾਨਾਂ ਨੇ, ਉੱਥੇ ਵੀ ਇਹੀ ਸੀ। ਪਰ ਉਹਨਾਂ ਤੋਂ ਵੀ ਕਾਰਪੋਰੇਟਾਂ ਨੇ ਹੌਲੀ 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 50% ਜ਼ਮੀਨ ਖੋ ਕੇ ਕਾਰਪੋਰੇਸ਼ਨਾਂ ਕੋਲੇ ਹੁਣ ਅਮਰੀਕਾ ਦੀ ਜ਼ਮੀਨ ਹੈ। ਤੇ ਇਹ ਵੀ ਇਹ ਚੱਲਣਾ ਛੱਡਣਗੇ ਨਹੀਂ। ਪਰ ਜੇ ਪੰਜਾਬ ਦੇ ਕਿਸਾਨ ਨੇ ਜਿਹੜੇ ਕਿਸੇ ਢੰਗ ਨਾਲ ਇਸ ਗੁੰਝਲ ਨੂੰ ਵੀ ਹੱਲ ਕਰ ਲੈਣ ਵੀ ਪੰਜਾਬ ਦੀ ਸਤ੍ਹਾ ਵੀ ਕਿਸ ਕੋਲੇ, ਕਿ ਇਹ ਆਪਦੇ ਕੋਲੇ ਕਿਵੇਂ ਲਿਆ ਸਕਦੇ ਨੇ, ਆਪਦੇ ਇਨਫਲੂਐਂਸ ਕਿਵੇਂ ਰੱਖ ਸਕਦੇ ਨੇ, ਫਿਰ ਇਹਨਾਂ ਲਈ ਹੋਰ ਜ਼ਿਆਦਾ ਬਿਹਤਰ ਸਥਿਤੀ ਹੋਊਗੀ। ਤੇ ਨਹੀਂ ਤਾਂ ਸਥਿਤੀ ਬਦਲ ਸਕਦੀ ਹੈ। ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਣਾ ਹੋਵੇਗਾ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸਾਨ ਯੂਨੀਅਨਾਂ ਕਿਸ ਤਰ੍ਹਾਂ ਦੇ ਨਵੇਂ ਪੰਜਾਬ ਨੂੰ ਸਿਰਜਣ ਵਾਸਤੇ ਕੀ ਭੂਮਿਕਾ ਨਿਭਾਉਂਦੀਆਂ ਨੇ, ਤੇ ਪੰਜਾਬ ਦੇ ਲੋਕਾਂ ਦੀ ਬੜੀ ਉਮੀਦ ਹੈ, ਮੁਲਾਜ਼ਮਾਂ ਦੀ ਬੜੀ ਉਮੀਦ ਹੈ, ਨੌਜਵਾਨਾਂ ਦੀ ਬੜੀ ਉਮੀਦ ਹੈ ਵੀ ਕਿ ਸ਼ਾਇਦ ਜਿਸ ਤਰ੍ਹਾਂ ਮੋਦੀ ਸਰਕਾਰ ਨੂੰ ਝੁਕਾਇਆ ਗਿਆ ਗਾ, ਜੇ ਉਹ ਬਿਲਕੁਲ ਨਹੀਂ ਮੰਨਦੇ ਸੀ ਕਿਸਾਨ ਯੂਨੀਅਨਾਂ ਨੇ, ਸ਼ਾਇਦ ਆਉਣ ਵਾਲੇ ਪੰਜਾਬ ਦੇ ਵਿੱਚ ਵਧੀਆ ਇੱਕ ਸਿਰਜਣ ਦੇ ਲਈ ਚੋਣਾਂ ਦੇ ਸਮੇਂ ਚੰਗੀ ਭੂਮਿਕਾ ਨਿਭਾਉਣਗੇ। ਹੁਣ ਇਹ ਸਮਾਂ ਹੀ ਦੱਸੇਗਾ। ਧੰਨਵਾਦ। ਸਤਿ ਸ੍ਰੀ ਅਕਾਲ।